ਦੇ ਵਿੱਚ ਪ੍ਰਮਾਤਮਾ ਰੱਬ ਜੀ ਨੂੰ ਚੇਤੇ ਕਰ ਰਿਹਾ ਹੈ। ਤੇ ਗੁਰੂ ਸਾਹਿਬ ਜੀ ਨੇ ਨਾਲ ਨਾਲ ਇਹ ਵੀ ਜ਼ਿਕਰ ਕੀਤਾ ਸੀ, ਜਿਹੜਾ ਪ੍ਰਮਾਤਮਾ ਜੀ ਦੀ ਸ਼ਰਨ ਦੇ ਵਿੱਚ ਪੈ ਕੇ ਨਾਮ ਦੇ ਨਾਲ ਜੁੜ ਜਾਂਦਾ ਹੈ, ਹਰ ਨਾਮ ਤਰਾਇਆ। ਪ੍ਰਮਾਤਮਾ ਜੀ ਦਾ ਨਾਮ ਉਸ ਜੀ ਨੂੰ ਵਿਕਾਰਾਂ ਦੇ ਭਾਵ ਸਾਗਰ ਦੇ ਵਿੱਚੋਂ ਕੱਢ ਕੇ ਪਾਰ ਉਤਾਰ ਦਿੰਦਾ ਹੈ। ਅੱਜ ਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਜੋ ਸ਼ਲੋਕ ਉਚਾਰ ਕੇ ਦਰਜ ਕੀਤਾ ਗਿਆ, ਇਹਦੇ ਰਾਹੀਂ ਸਮਝਾਉਣਾ ਕਰ ਰਹੇ ਨੇ ਕਿ ਜੋ ਪ੍ਰਮਾਤਮਾ ਜੀ ਦੀ ਸ਼ਰਨ ਦੇ ਵਿੱਚ ਆ ਗਏ, ਜਿਨ੍ਹਾਂ ਦਾ ਇਹ ਵਿਸ਼ਵਾਸ ਬਣ ਗਿਆ ਕਿ ਗੁਰੂ ਦੀ ਕਿਰਪਾ ਦੁਆਰਾ ਤੇ ਪ੍ਰਮਾਤਮਾ ਜੀ ਦੀ ਬਖਸ਼ਿਸ਼ ਦੁਆਰਾ ਭਾਵ ਸਾਗਰ ਤੋਂ ਪਾਰ ਲੰਘਿਆ ਜਾ ਸਕਦਾ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਇਹ ਸਮਝਾਉਣਾ ਕਰ ਰਹੇ ਨੇ ਕਿ ਇਸ ਜਗਤ ਸੰਸਾਰ ਦੇ ਵਿੱਚ ਕੋਈ ਵੀ ਤਾਕਤ ਜੋ ਪ੍ਰਮਾਤਮਾ ਨੇ ਬਣਾਈ ਹੈ ਇਹੋ ਜਿਹੀ ਨਹੀਂ ਹੈ ਜਿਹੜੀ ਅਕਾਲ ਪੁਰਖ ਪ੍ਰਮਾਤਮਾ ਨੂੰ ਚੈਲੰਜ ਕਰਦੀ ਹੋਵੇ। ਇੱਕ ਮਨੁੱਖ ਹੀ ਹੈ ਜਿਹੜਾ ਚੈਲੰਜ ਕਰਦਾ ਹੈ, ਮੈਂ 40 ਪਾਠ ਕਰਨੇ ਨੇ, ਜੇ ਤੂੰ ਇੱਦਾਂ ਕਰ ਦਿੱਤਾ ਪ੍ਰਮਾਤਮਾ। ਇਹ ਵੱਖਰੀ ਗੱਲ ਹੈ, ਅਸੀਂ ਮੰਨੀਏ ਜਾਂ ਨਾ ਮੰਨੀਏ ਇਹਨਾਂ ਗੱਲਾਂ ਨੂੰ। ਮੈਂ ਪ੍ਰਮਾਤਮਾ ਜੀ 21 ਵਾਰੀ ਰੋਜ਼ ਸਿਮਰਨੀ ਨੂੰ ਜਪਿਆ ਕਰਾਂਗਾ, ਜੇ ਤੂੰ ਮੇਰੇ ਤੇ ਕਿਰਪਾ ਕਰਤੀ ਇਹ ਕੰਮ ਸਵਾਰ ਦਿੱਤਾ। ਚੈਲੰਜ ਹੈ ਸਿੱਧਾ ਸਿੱਧਾ। ਜੇ ਨਹੀਂ ਕੀਤਾ ਤੇ ਫਿਰ ਮੈਂ ਨਹੀਂ ਕਰਾਂਗਾ। 10 ਬੰਦਿਆਂ ਨੂੰ ਹੋਰ ਦੱਸਣਾ ਕਿ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਨਹੀਂ ਕੀਤੀ। ਇਹ ਸੱਚ ਹੈ। ਅਸੀਂ ਆਪਣੀ ਜ਼ਿੰਦਗੀ ਅੰਦਰ ਜਾਣ ਅਣਜਾਣ ਪੁਣੇ ਮੰਗਣੀ ਪ੍ਰਮਾਤਮਾ ਤੋਂ ਦਾਤ ਹੁੰਦੀ ਹੈ, ਪਰ ਸੌਖੇ ਸ਼ਬਦਾਂ ਦੇ ਵਿੱਚ ਪ੍ਰਮਾਤਮਾ ਨੂੰ ਅਸੀਂ ਛੋਟਾ ਬਣਾ ਦਿੰਦੇ ਹਾਂ ਕਿ ਬਸ ਇੰਨੇ ਜਾਪ, ਇੰਨੇ ਸਿਮਰਨ ਢੰਗ ਦੇ ਨਾਲ ਜਾਂ ਇੰਨਾ ਕੀਤੀਆਂ ਤੂੰ ਇਹ ਕਰ ਦਵੇ, ਤੂੰ ਸਾਡੇ ਵਰਗਾ ਹੀ ਬਣ ਗਿਆ ਰੱਬ। ਜਦ ਕਿ ਪ੍ਰਮਾਤਮਾ ਨੂੰ ਨਾ ਸਿਮਰਨੀ ਚਾਹੀਦੀ ਹੈ ਤੇਰੀ, ਕਿਉਂਕਿ ਤੇਰੀ ਸਿਮਰਨਾ ਨਾਲ ਪ੍ਰਮਾਤਮਾ ਦਾ ਥੋੜ੍ਹਾ ਭਲਾ ਹੋਣਾ ਹੈ। ਅਸੀਂ ਜਿਹੜੀ ਕੋਈ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਕੋਈ ਸੰਗਤੀ ਸੇਵਾ ਕਰਦੇ ਹਾਂ, ਲੋੜਵੰਦ ਦੀ ਸੇਵਾ ਕਰਦੇ ਹਾਂ, ਇਹਦੇ ਵਿੱਚ ਪ੍ਰਮਾਤਮਾ ਦਾ ਕੋਈ ਭਲਾ ਨਹੀਂ ਹੁੰਦਾ। ਪ੍ਰਮਾਤਮਾ ਰੱਬ ਜੀ ਨੂੰ ਜਾਂ ਸੇਵਾ ਅਸੀਂ ਤਾਂ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਉਹਦੀ ਕਿਰਪਾ ਵਰਤ ਜਾਏ। ਉਹਦਾ ਤਾਂ ਸੁਭਾਅ ਹੈ ਦਿੰਦਾ ਦੇ, ਉਹਦਾ ਤਾਂ ਸੁਭਾਅ ਹੈ ਜਿਹੜਾ ਉਹਦੀ ਸ਼ਰਨ ਦੇ ਵਿੱਚ ਆਇਆ ਉਹਦੇ ਸਾਰੇ ਵਿਕਾਰਾਂ ਨੂੰ, ਉਹਦੇ ਸਾਰੇ ਦੁੱਖ ਤਕਲੀਫਾਂ ਨੂੰ ਹਰ ਲੈਂਦਾ ਹੈ। ਪਰ ਮਾਲਕ ਜੀ ਕਹਿੰਦੇ ਜਿਹੜਾ ਕੁਝ ਤੂੰ ਕਰਦਾ ਉਹ ਤਾਂ ਕਰਦਾ ਹੈ ਕਿ ਸਾਡੀ ਆਪਣੀ ਜ਼ਿੰਦਗੀ ਅੰਦਰ ਅਸੀਂ ਸੁੱਖ ਮਾਣ ਸਕੀਏ, ਪ੍ਰਮਾਤਮਾ ਦੀ ਰਹਿਮਤ ਮੇਰੇ ਤੇ ਵਰਤ ਜਾਏ। ਇਸੇ ਕਰਕੇ ਆਪਣੀ ਕਿਮਾਈ ਕਿਰਤ ਦੇ ਵਿੱਚੋਂ ਦਸਵੰਧ ਕੱਢਦਾ ਹੈ। ਇਹਦੀ ਕਿਹੜੇ ਪ੍ਰਮਾਤਮਾ ਨੂੰ ਥੋੜ੍ਹਾ ਹੀ ਲੋੜ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ। ਇਹਦੀ ਲੋੜ ਰੱਬ ਨੂੰ ਨਹੀਂ ਹੈ, ਇਹਦੀ ਲੋੜ ਸਰੀਰਾਂ ਨੂੰ ਹੈ, ਜਿਹੜੇ ਅਸੀਂ ਸਰੀਰ ਰੂਪ ਦੇ ਵਿੱਚ ਵਰਤਦੇ ਹਾਂ। ਸਾਡੇ ਦੁਨੀਆਵੀ ਕਾਰਜ ਨੇ ਉਹ ਦੁਨੀਆਵੀ ਪੈਸੇ ਨਾਲ ਸਵਰਦੇ ਨੇ। ਪ੍ਰਮਾਤਮਾ ਜਿਹੜਾ ਰੱਬ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ, ਉਹਦੀ ਸੇਵਾ ਅਸੀਂ ਲੈਂਦੇ ਇਸ ਕਰਕੇ ਆ ਕਿ ਪ੍ਰਮਾਤਮਾ ਰੱਬ ਜੀ ਦਾ ਸਾਡੇ ਤੇ ਤਰਸ ਬਣ ਜਾਏ ਵੀ ਇਹਨੇ ਲੋੜਵੰਦ ਦੀ ਸੇਵਾ ਕੀਤੀ ਹੈ। ਪ੍ਰਮਾਤਮਾ ਦਾ ਤਾਂ ਕੁਝ ਨਹੀਂ ਸਵਾਰਿਆ, ਪਰ ਸਾਡੀ ਜ਼ਿੰਦਗੀ ਪ੍ਰਮਾਤਮਾ ਨੂੰ ਚੰਗੀ ਲੱਗੇ, ਇਸ ਕਰਕੇ ਅਸੀਂ ਹਰ ਇੱਕ ਉਹ ਕਾਰਜ ਕਰਦੇ ਹਾਂ ਜਿਹਦੇ ਵਿੱਚ ਧਰਮ ਦੀ ਕਮਾਈ ਕੀਤੀ ਜਾ ਸਕੇ। ਤੇ ਗੁਰੂ ਸਾਹਿਬ ਜੀ ਕਿਵੇਂ ਸਮਝਾਉਣਾ ਕਰ ਰਹੇ ਨੇ ਜੀ, ਜਿੰਨੀਆਂ ਤਾਕਤਾਂ ਪ੍ਰਮਾਤਮਾ ਨੇ ਬਣਾਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਕਦੇ ਪ੍ਰਮਾਤਮਾ ਨੂੰ ਲਾਂਭਾ ਨਹੀਂ ਮਾਰਦਾ, ਬੋਲ ਕਬੋਲ ਨਹੀਂ ਬੋਲਦਾ, ਸਾਹਮਣੇ ਨਹੀਂ ਖੜਦਾ, ਚੈਲੰਜ ਨਹੀਂ ਕਰਦਾ, ਮਨੁੱਖ ਕਰਦਾ ਹੈ। ਕਿਵੇਂ ਅਸੀਂ ਸਮਝੀਏ? ਗੁਰੂ ਸਾਹਿਬ ਜੀ ਨੇ ਪਹਿਲਾਂ ਜ਼ਿਕਰ ਕੀਤਾ ਸ਼ਲੋਕ ਦੇ ਅੰਦਰ, ਪਹਿਲੀ ਪੰਕਤੀ, ਭੈ ਵਿੱਚ ਪਵਨ ਵਹਿ ਸਦਵਾਓ। ਪਵਨ ਕਹਿੰਦੇ ਨੇ ਹਵਾ ਨੂੰ, ਵਹਿ ਦਾ ਭਾਵ ਹੈ ਵਾਹਣਾ ਜਾਂ ਚੱਲਣਾ। ਕਹਿੰਦੇ ਹਵਾ ਪਵਨ ਜਿਹੜੀ ਹੈ ਇਸ ਨੂੰ ਪ੍ਰਮਾਤਮਾ ਨੇ ਬਣਾਇਆ। ਇਹ ਪ੍ਰਮਾਤਮਾ ਰੱਬ ਜੀ ਦੀ ਰਜ਼ਾ ਦੇ ਵਿੱਚ ਚੱਲ ਰਹੀ ਹੈ। ਪ੍ਰਮਾਤਮਾ ਨੇ ਹੁਕਮ ਕੀਤਾ ਵੀ ਅੱਜ ਫਲਾਣੀ ਥਾਂ ਤੇ ਬੜੀ ਤੇਜ਼ ਤੂੰ ਜਾਣਾ ਹੈ। ਇਹਨੇ ਕਦੇ ਸਵਾਲ ਜਵਾਬ ਨਹੀਂ ਕੀਤਾ ਕਿ ਪ੍ਰਮਾਤਮਾ ਉੱਥੇ ਲੋਕਾਂ ਦਾ ਨੁਕਸਾਨ ਹੋ ਜਾਣਾ ਹੈ, ਕਈਆਂ ਦੇ ਘਰ ਉਜੜ ਜਾਣੇ ਨੇ, ਕਈਆਂ ਨੂੰ ਤਕਲੀਫ ਬੜੀ ਹੋਣੀ ਹੈ। ਕਦੇ ਨਹੀਂ ਸਵਾਲ ਕਿੰਨੀਆਂ ਹਨੇਰੀਆਂ ਆਉਂਦੀਆਂ ਨੇ, ਕਿੰਨੇ ਲੋਕ ਮਰਦੇ ਨੇ ਜੀ।
ਕਈਆਂ ਦਾ ਤਾਂ ਪਤਾ ਵੀ ਨਹੀਂ ਲੱਗਦਾ ਹੋਣਾ, ਜਿਹੜੇ ਕਈ ਅਨਾਥ ਹੁੰਦੇ ਨੇ, ਕਈ ਰੋਡਾਂ ਤੇ ਤੁਰਦੇ ਨੇ, ਕਈਆਂ ਦਾ ਘਰ ਟਿਕਾਣਾ ਨਹੀਂ ਹੁੰਦਾ, ਕੋਈ ਰਿਸ਼ਤੇਦਾਰ ਮਿੱਤਰ ਪਰਿਵਾਰ ਦੇ ਜੀ ਨਹੀਂ ਹੁੰਦੇ, ਪਤਾ ਨਹੀਂ ਕਿੰਨੇ ਹਨੇਰਿਆਂ ਦੇ ਵਿੱਚ ਸੰਸਾਰ ਤੋਂ ਚਲੇ ਜਾਂਦੇ ਨੇ, ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ। ਹਵਾ ਨੂੰ ਹੁਕਮ ਹੋਇਆ ਇੱਕ ਵਾਰੀ ਕਿ ਤੂੰ ਵਹਿਣਾ ਹੈ, ਉਹ ਹੁਕਮ ਦੇ ਵਿੱਚ ਹਾਂ ਜੀ ਕਰਕੇ ਤੁਰ ਪੈਂਦੀ ਹੈ। ਮਾਲਕ ਦੀ ਸਮਝਾਵਨਾ ਕਰ ਰਹੇ ਨੇ, ਕਿਤੇ ਬੰਦੇ ਨੂੰ ਕਹਿ ਦੇਵੇ ਕਿ ਤੂੰ ਅੱਧਾ ਘੰਟੇ ਬਹਿੰਦਾ ਹੈ, ਬਈ ਅੱਜ 10 ਘੰਟੇ ਬਹਿਣਾ, ਗੁਰੂ ਘਰ ਆ ਕੇ ਤੂੰ ਬੈਠਿਆ ਰਹਿ, ਕੁਝ ਨਹੀਂ ਕਰਨਾ, ਤੂੰ ਆ ਕੇ ਬਹਿਣਾ ਹੈ, ਅੱਜ ਅੱਧਾ ਘੰਟਾ ਰੋਜ਼ ਲਾਉਂਦਾ ਹੈ, ਅੱਜ 10 ਘੰਟੇ ਲਾ, ਕੋਈ ਕਾਰਜ ਨਹੀਂ ਕਰਨਾ, ਬਸ ਗੁਰੂ ਦੀ ਸ਼ਰਨ ਦੇ ਵਿੱਚ ਬਹਿਣਾ ਹੈ। ਹਜ਼ਾਰਾਂ ਸਵਾਲ ਬੰਦੇ ਦੇ ਮਨ ਦੇ ਅੰਦਰ ਖੜੇ ਹੋਣਗੇ, ਇੱਥੇ ਤੱਕ ਕਈਆਂ ਨੂੰ ਕਹਿ ਕੇ ਵੀ ਸੁਣਾਏਗਾ ਵੀ ਮੇਰੀ ਤਾਂ ਡਿਊਟੀ ਲਾ ਦਿੱਤੀ ਸੀ। ਕਈ ਵਾਰੀ ਹੁੰਦਾ ਨਾ, ਕੋਈ ਆਗੂ ਹੋਵੇ ਕਹਿ ਦੇਵੇ ਵੀ ਤੂੰ ਇਦਾਂ ਕਰਨਾ, ਹੁਣ ਉਹਨੂੰ ਬੋਲ ਵੀ ਨਹੀਂ ਸਕਦਾ, ਤੇ ਬਾਕੀ ਲੋਕਾਂ ਨੂੰ ਸੁਣਾਏਗਾ, ਕਹਿੰਦੇ ਮੈਂ ਤਾਂ ਫਲਾਣਾ ਕਾਰਜ ਸਵਾਰਨਾ ਸੀ, ਅੱਜ ਮੇਰੀ ਡਿਊਟੀ ਉੱਥੇ ਲਾ ਦਿੱਤੀ। ਲੋਕਾਂ ਨੂੰ ਸੁਣਾਏਗਾ, ਕਹਿੰਦੇ ਮੈਂ ਤਾਂ ਫਲਾਣਾ ਕਾਰਜ ਸਵਾਰਨਾ ਸੀ, ਅੱਜ ਮੇਰੀ ਡਿਊਟੀ ਉੱਥੇ ਲਾ ਦਿੱਤੀ, ਮੇਰਾ ਕਾਰਜ ਵਿਗੜ ਗਿਆ। ਮਾਲਕ ਜੀ ਕਹਿੰਦੇ ਦੇਖ ਪਰਮਾਤਮਾ ਨੇ ਕਿੱਡੀ ਤਾਕਤ ਦਿੱਤੀ ਹਵਾ ਨੂੰ। ਪਲ ਦੇ ਵਿੱਚ ਪਰਲੇ ਨਹੀਂ ਆਉਂਦੀ ਹੈ ਹਵਾ, ਜਦੋਂ ਆਪਣੀ ਤੇ ਆਏ, ਰੱਬ ਦਾ ਹੁਕਮ ਹੋਵੇ। ਤੇ ਜਦੋਂ ਅਤ ਦੀ ਗਰਮੀ ਹੋਵੇ, ਕਿਤੇ ਅਤ ਦੀ ਗਰਮੀ ਹੈ, ਬੰਦਾ ਕਹਿੰਦਾ ਪਰਮਾਤਮਾ ਥੋੜੀ ਜਿਹੀ ਹਵਾ ਕਿਤੇ ਆ ਜਾਏ, ਮੇਰੇ ਮਨ ਨੂੰ ਸਕੂਨ ਮਿਲੇ। ਉਹੀ ਹਵਾ ਹੈ ਜਿਹੜੀ ਪਰਲੇ ਲਿਆਉਂਦੀ ਹੈ। ਇਹ ਉਹੀ ਪਵਨ ਹੈ ਜਿਸ ਨੂੰ ਬੰਦਾ ਕਹਿੰਦਾ ਜਦੋਂ ਆਪਣੇ ਇਹੋ ਜਿਹੇ ਭਿਆਨਕ ਰੂਪ ਦੇ ਵਿੱਚ ਆਉਂਦੀ ਹੈ ਤੇ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ। ਇਸੀ ਹਵਾ ਲਈ ਬੰਦਾ ਤਰਸਦਾ ਹੈ ਜਦੋਂ ਅਤ ਦੀ ਗਰਮੀ ਹੋਵੇ, ਤਪਸ ਹੋਵੇ ਸਰੀਰ ਦੇ ਵਿੱਚ, ਝੱਲੀ ਨਾ ਜਾਏ, ਤੇ ਇਹੀ ਤਰਲੇ ਪਾਉਂਦਾ ਪਰਮਾਤਮਾ ਨੂੰ, ਰੱਬ ਜੀ ਕਿਰਪਾ ਕਰੋ, ਤਪਸ ਬੜੀ ਹੈ, ਕਿਤੇ ਬਰਸਾਤ ਨਹੀਂ ਪੈਂਦੀ ਤੇ ਹਵਾ ਹੀ ਕਿਤੇ ਚੱਲ ਪਵੇ, ਮੇਰੇ ਤਨ ਮਨ ਨੂੰ ਠੰਡਕ ਮਿਲੇ। ਮਾਲਕ ਜੀ ਨੇ ਕਿਹਾ ਬੰਦਾ ਚੈਲੰਜ ਕਰਦਾ ਹੈ, ਬੰਦਾ ਬੋਲ ਕਬੋਲ ਬੋਲਦਾ ਹੈ, ਸੌਦੇਬਾਜ਼ੀਆਂ ਰੱਬ ਦੇ ਨਾਲ ਕਰ ਪੈਂਦਾ ਹੈ, ਪਰ ਕਦੇ ਜਿਹੜੀ ਬਾਕੀਆਂ ਤਾਕਤਾਂ ਨੇ ਉਹ ਕਦੇ ਨਹੀਂ ਕਰਦੀ। ਬੰਦੇ ਦੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਖਿਆਲ ਪੈਦਾ ਹੋ ਜਾਂਦੇ ਨੇ, ਇਹਨਾਂ ਤਾਕਤਾਂ ਦੇ ਵਿੱਚ ਨਹੀਂ, ਹਵਾ ਚੱਲ ਰਹੀ ਹੈ ਮਿੱਠੇ ਭੈ ਦੇ ਵਿੱਚ। ਹੁਕਮ ਹੋਇਆ ਪਰਮਾਤਮਾ ਜੀ ਦਾ, ਤੇ ਗੁਰੂ ਸਾਹਿਬ ਜੀ ਨੇ ਇਹਨੂੰ ਦਰਜ ਕੀਤਾ, ਭੈ ਵਿੱਚ ਰੱਬ ਜੀ ਦੀ ਮਿੱਤਰਤਾਏ ਦੀ ਸਾਂਝ ਦੇ ਵਿੱਚ ਹੈ। ਭੈ ਦਾ ਭਾਵ ਇਹ ਨਹੀਂ ਹੈ ਕਿ ਡਰ ਹੈ ਪਰਮਾਤਮਾ ਨੇ ਇਹਨੂੰ ਸਜ਼ਾ ਦੇ ਦੇਣੀ ਹੈ। ਚਲੋ ਸਾਨੂੰ ਮਨੁੱਖਾਂ ਤੋਂ ਸਜ਼ਾ ਮਿਲ ਵੀ ਜਾਂਦੀ ਹੈ, ਗੁਰਬਾਣੀ ਕਹਿੰਦੀ ਇਹ ਕਰ ਕਰੇ ਸੋ ਇਹ ਕਰ ਪਾਏ, ਜਿੱਦਾਂ ਦਾ ਕਰਦੇ ਆ ਉਦਾਂ ਦਾ ਫਲ ਨਾਲ ਦੀ ਨਾਲ ਮਿਲ ਜਾਂਦਾ। ਜ਼ਿੰਦਗੀ ਅੰਦਰ ਬੜੀ ਤਕਲੀਫਾਂ ਹੁੰਦੀਆਂ ਨੇ ਜੀ, ਬੰਦਾ ਇੱਕ ਦੂਜੇ ਨੂੰ, ਅਸੀਂ ਕਈ ਵਾਰੀ ਇਹੋ ਜਿਹੀ ਤਕਲੀਫ ਹੁੰਦੀ ਹੈ ਕਿ ਬੰਦਾ ਕਿਸੇ ਦੂਜੇ ਨੂੰ ਦੱਸ ਨਹੀਂ ਸਕਦਾ, ਪਰ ਜ਼ਿੰਦਗੀ ਅੰਦਰ ਬਣ ਗਈ ਤਕਲੀਫ, ਹੁਣ ਕਰ ਵੀ ਕੁਝ ਨਹੀਂ ਸਕਦਾ, ਦੱਸ ਵੀ ਨਹੀਂ ਸਕਦਾ। ਸੋ ਤਕਲੀਫਾਂ ਮਨੁੱਖਾਂ ਨੂੰ ਆਉਂਦੀਆਂ ਨੇ, ਹਵਾ ਨੂੰ ਤਕਲੀਫ ਨਹੀਂ ਆਉਣੀ ਕਿ ਬਈ ਇਹਨੇ ਪਰਮਾਤਮਾ ਦਾ ਹੁਕਮ ਨਹੀਂ ਮੰਨਿਆ, ਪਰ ਫਿਰ ਵੀ ਕਹਿੰਦੇ ਉਹ ਹੁਕਮ ਤੋਂ ਬਾਹਰ ਨਹੀਂ ਜਾਂਦੀ। ਜਦੋਂ ਵੀ ਜਿਵੇਂ ਜਿੰਨਾ ਹੁਕਮ ਪਰਮਾਤਮਾ ਜੀ ਦਾ ਹੁੰਦਾ ਹੈ, ਪਵਾ ਹਵਨ ਹਵਾ ਉਨਾ ਕੁ ਕੰਮ ਕਰਦੀ ਹੈ। ਸਾਡੇ ਸਰੀਰ ਦੇ ਵਿੱਚ ਵੀ ਹਵਾ ਅੰਦਰ ਬਾਹਰ ਹੁੰਦੀ ਹੈ, ਇਹ ਵੀ ਪਵਨ ਦਾ ਕਮਾਲ ਹੈ। ਜਿਹੜਾ ਅਸੀਂ ਬੋਲ ਰਹੇ ਹਾਂ ਨਾ, ਜਦ ਕਿਤੇ ਇਹ ਵੱਧ ਘਟ ਅੰਦਰ ਸਰੀਰ ਦੇ ਵਿੱਚ ਚਲੀ ਜਾਂਦੀ ਹੈ, ਵਾਤ ਰੋਗ ਹੋ ਜਾਂਦਾ ਹੈ, ਡਾਕਟਰ ਫਿਰ ਕਹਿੰਦੇ ਵੀ ਹੁਣ ਦਵਾ ਚੱਲਣੀ ਹੈ, ਲੰਬੇਰੀ ਦਾਰੂ ਚੱਲਣੀ ਹੈ, ਤਾਂ ਕਿਤੇ ਤੇਰਾ ਇਲਾਜ ਹੋ ਸਕਦਾ ਹੈ। ਜੇ ਹਵਾ ਸਰੀਰ ਦੇ ਅੰਦਰ ਪੈ ਜਾਏ, ਜੇ ਨਾ ਪਵੇ ਠੀਕ ਰਵੇ ਤੇ ਸਰੀਰ ਸਵਸਥ। ਉਹੀ ਹਵਾ ਹੈ, ਕਈ ਰੂਪ ਨੇ, ਪਰ ਕਦੇ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਗਈ, ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਫਿਰ ਦੂਜੀ ਉਦਾਹਰਨ ਮਾਲਕ ਜੀ ਨੇ ਲਈ, ਭੈ ਵਿੱਚ ਚੱਲੈ ਲੱਖ ਦਰਿਆਓ, ਉਹਦੇ ਹੁਕਮ ਦੇ ਵਿੱਚ ਲੱਖਾਂ ਦਰਿਆ ਇਸ ਸੰਸਾਰ ਦੇ ਵਿੱਚ ਵਹਿ ਰਹੇ ਨੇ, ਵਧੇਰੇ ਨੇ, ਜਿਨ੍ਹਾਂ ਦੀ ਖੋਜ ਲੋਕਾਂ ਨੇ ਕਰ ਲਈ। ਨਦੀਆਂ ਨਾਲੇ ਉਹਨਾਂ ਨੂੰ ਨਾਮ ਦੇ ਦਿੱਤੇ ਨੇ, ਇਹ ਫਲਾਣੀ ਨਦੀ ਹੈ, ਇਹਨੂੰ ਫਲਾਣੇ ਨਾਮ ਦੇ ਨਾਲ ਜਾਣਿਆ ਜਾਏ, ਇਹ ਫਲਾਣਾ ਸਮੁੰਦਰ ਹੈ, ਅਥਾਹ ਜੀ ਸਮੁੰਦਰ, ਉਹਦੀਆਂ ਸੀਮਾਬੰਦੀ ਕਰ ਲਈ ਦੁਨੀਆ ਦੇ ਲੋਕਾਂ ਨੇ। ਇਹ ਭਾਰਤ ਦਾ ਸਮੁੰਦਰ ਹੈ, ਇਹ ਅਮਰੀਕਾ ਦਾ ਹੈ, ਫਲਾਣੇ ਦੇਸ਼ ਦਾ ਹੈ। ਇਹਨਾਂ ਤੇ ਦੇਖੋ ਪਾਰ ਨਹੀਂ ਚੱਲਦੀ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਕੁਝ ਹਿੱਸਾ ਹੁੰਦਾ ਸਮੁੰਦਰ ਦਾ ਸਾਡੇ ਦੇਸ਼ ਦੇ ਨਾਲ ਲੱਗਿਆ ਹੋਇਆ, ਕਿ ਇੰਨੇ 20 ਮੀਲ ਤੱਕ ਤੂੰ ਆਪਣੀ ਕੋਈ ਕਾਰੋਬਾਰ ਕਰ ਸਕਦਾ ਹੈ, ਜਿਹੜਾ ਬਾਹਰੋਂ ਆਏਗਾ ਉਹਨਾਂ ਤੋਂ ਟੈਕਸ ਵਗੈਰਾ ਲੈ ਸਕਦਾ ਹੈ। ਥੋੜ੍ਹਾ ਜਿਹਾ ਹੋਰ ਚਲੇ ਜਾਏ 200 ਮੀਲ ਤੱਕ ਤੂੰ ਸੈਨਿਕ ਕਾਰਵਾਈ ਕਰ ਸਕਦਾ ਹੈ, ਆਪਣਾ ਹੱਕ ਜਤਾ ਸਕਦਾ ਹੈ। ਉਸ ਤੋਂ ਅੱਗੇ ਨਹੀਂ, ਬਣਾਏ ਹੋਏ ਪਰਮਾਤਮਾ ਦੇ ਨੇ। ਔਰ ਬੰਦਾ ਕਵੇ ਵੀ ਮੇਰਾ ਇੱਧਰ ਮੇਰਾ ਹਿੱਸਾ ਆ ਗਿਆ ਤੇ ਜਿੱਥੇ ਤੱਕ ਮੇਰਾ ਜ਼ੋਰ ਚੱਲੇ ਮੈਂ ਚਲਾ ਲਵਾਂ, ਨਹੀਂ ਚੱਲਦਾ।
ਮਾਲਕ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਵੇਖੋ ਦਰਿਆ, ਹਵਾ ਇਹ ਰੱਬ ਨੇ ਬਣਾਏ ਨੇ ਔਰ ਇਹਨਾਂ ਦਾ ਅਥਾਹ ਰੂਪ ਹੈ। ਆਪਣੀ ਤੇ ਆਏ, ਹਵਾ ਵੀ ਇਦਾਂ ਹੀ ਹੈ ਤੇ ਪਾਣੀ ਵੀ ਇਦਾਂ ਹੀ ਹੈ। ਜਿਹੜੀ ਤਰਾਸਦੀ ਆਈ ਸੀ 2013 ਚ, ਉਹਨੂੰ ਜਿਨ੍ਹਾਂ ਨੇ ਆਪਣੇ ਅੱਖੀ, ਜਿਹੜੇ ਘਰਾਂ 'ਚ ਬੈਠੇ ਸੀ, ਚਲੋ ਗੱਲ ਵਕ, ਜਿਨ੍ਹਾਂ ਨੇ ਵੇਖਿਆ ਨਾ ਕਿੱਦਾਂ ਦੀ ਤਰਾਸਦੀ ਸੀ ਬਾਹਰ, ਉਹਨਾਂ ਨੂੰ ਪੁੱਛ ਕੇ ਵੇਖੀਏ। ਦਾਸ ਵੀ ਉਦੋਂ ਦੇਹਰਾਦੂਨ ਵਾਲੇ ਪਾਸਿਓਂ ਸਹਾਰਨਪੁਰ ਨੂੰ ਆ ਰਿਹਾ ਸੀ, ਰੋਡ ਦਾ ਨਹੀਂ ਸੀ ਪਤਾ ਲੱਗਦਾ, ਘਰੋਂ ਤੁਰ ਪਿਆ, ਪਤਾ ਨਹੀਂ ਸੀ ਵੀ ਇਦਾਂ ਦੇ ਹਾਲਾਤ ਬਣਨਗੇ। ਜੇ 13 ਤਰੀਕ ਦੀ ਗੱਲ ਹੈ, ਮੇਰਾ ਖਿਆਲ ਹੈ ਉਸ ਮਹੀਨੇ ਦੀ, 2 ਦਿਨ ਉਸ ਦਿਨ ਹੋ ਗਏ ਸੀ ਬਰਸਾਤ ਪੈਂਦੀ ਨੂੰ, ਤੇ ਰੋਡ ਇਦਾਂ ਲੱਗਦੀ ਸੀ ਜਿਵੇਂ ਨਦੀ ਆ, ਪੂਰੀ ਪਾਣੀ ਪਾਣੀ ਚਾਰੇ ਪਾਸੇ, ਔਰ ਉਹਦੇ ਵਿੱਚ ਸਮਾਨ ਲੋਕਾਂ ਦੇ ਵਹਿ ਰਹੇ ਨੇ ਪਾਣੀ ਦੇ ਵਿੱਚ। ਪ੍ਰਲੈ ਆ ਗਈ, ਇਦਾਂ ਦਾ ਰੂਪ ਧਾਰ ਲਿਆ ਰੱਬੀ ਰਜਾ ਦੇ ਵਿੱਚ ਪਾਣੀ ਨੇ। ਮਾਲਕ ਜੀ ਸਮਝਾਉਣਾ ਕਰ ਰਹੇ ਨੇ, ਅਸੀਂ ਵਿਚਾਰੀਏ। ਇਹ ਵੱਖਰੀ ਗੱਲ ਹੈ ਕਿ ਸਾਡੀ ਜ਼ਿੰਦਗੀ ਅੰਦਰ ਝਟਕੇ ਜੇ ਪੈਂਦੇ ਰਹਿੰਦੇ ਨੇ, ਅਸੀਂ ਫਿਰ ਉੱਥੇ ਹੀ ਖੜ ਜਾਂਦੇ ਹਾਂ ਕਿ ਥੋੜ੍ਹੇ ਇੱਕ ਦਿਨ ਸਾਨੂੰ ਲੱਗਦਾ ਹੈ ਵੀ ਹੁਣ ਮੈਂ ਬਿਲਕੁਲ ਇਸ ਪਾਸੇ ਤਾਂ ਜਾਣਾ ਹੀ ਨਹੀਂ ਜੀ, ਇੱਧਰ ਤਾਂ ਤਕਲੀਫ ਬੜੀ ਹੈ। ਪਰ ਸਾਡੀ ਬਿਰਤੀ ਇਹੋ ਜਿਹੀ ਹੈ, ਦਿਨ 2 ਦਿਨ ਸਾਨੂੰ ਪਛਤਾਵਾ ਹੁੰਦਾ ਹੈ, ਤੀਜੇ ਦਿਨ ਕਿਤੇ ਮਾਹੌਲ ਠੀਕ ਜਾ ਹੋਵੇ, ਬੰਦਾ ਕਹਿੰਦਾ ਇਹ ਤਾਂ ਹੁੰਦਾ ਹੀ ਰਹਿਣਾ, ਤੂੰ ਫੇਰ ਉਸ ਪਾਸੇ ਤੁਰ। ਮਾਲਕ ਜੀ ਨੇ ਕਿਹਾ ਨਹੀਂ, ਇਹ ਕਦੇ ਦੇਖੋ ਉਸ ਤੋਂ ਬਾਅਦ ਇੱਦਾਂ ਮੈਂ ਨਹੀਂ ਇੱਦਾਂ ਦਾ ਮੰਜ਼ਰ ਵੇਖਿਆ ਜਿਹੜਾ ਉਸ ਵੇਲੇ ਬਣਿਆ ਸੀ। ਉਸ ਵੇਲੇ ਹੁਕਮ ਹੋਇਆ, ਪ੍ਰਮਾਤਮਾ ਨੇ ਇੱਦਾਂ ਦਾ ਮੰਜ਼ਰ ਬਣਾ ਦਿੱਤਾ। ਉਸ ਤੋਂ ਬਾਅਦ ਨਹੀਂ ਵੀ ਇੱਦਾਂ ਦਾ। ਹਾਂ, ਕਈਆਂ ਜਗ੍ਹਾ ਤੇ ਤਕਲੀਫ ਹੋਈ ਹੈ, ਪਰ ਮਾਲਕ ਜੀ ਕਹਿੰਦੇ ਬੰਦਾ ਹੋਵੇ ਨਾ, ਉਹ ਤਾਂ ਬਾਰ-ਬਾਰ ਕਰੀ ਜਾਵੇ। ਕਿਤੇ ਇੱਕ ਵਾਰੀ ਉਹਨੂੰ ਫਾਇਦਾ ਲਾਹਾ ਮਿਲ ਗਿਆ, ਉਹ ਨਹੀਂ ਛੱਡਦਾ। ਹੁਣ ਲੋਕ ਕਿਡਨੀਆਂ ਦਾ ਵਪਾਰ ਕਰਦੇ ਨੇ, ਸਰੀਰ ਦੇ ਅੰਗ ਵੇਚਦੇ ਨੇ, ਉਹਨਾਂ ਨੂੰ ਇੱਕ ਵਾਰੀ 2 ਵਾਰੀ ਫੜ ਲਿਆ, ਉਹ ਥੋੜੇ ਦਿਨ ਸ਼ਾਂਤ ਬਹਿੰਦੇ ਨੇ, ਫਿਰ ਸ਼ੁਰੂ ਕਰ ਦਿੰਦੇ ਨੇ। ਜੇ ਕੋਈ ਪੁੱਛ ਲਵੇ ਵੀ ਇਦਾਂ ਕਿਉਂ ਕਰਦਾ ਹੈ, ਕਹਿੰਦੇ ਇਹੀ ਕਮਾਈ ਹੈ, ਇਹਦੇ ਵਿੱਚੋਂ ਹੀ ਜਦੋਂ ਫਸਦੇ ਆ ਉਧਰ ਨੂੰ ਲਾ ਦਿੰਦੇ ਆ, ਫਿਰ ਕਰ ਪੈਂਦੇ ਆ, ਇਹ ਤੋਂ ਬਗੈਰ ਨਹੀਂ ਚੱਲਣਾ। ਹੁਣ ਬਣਤਰ ਤਾਂ ਨਹੀਂ ਇਦਾਂ ਕਰ ਰਹੀ ਨਾ, ਨਾ ਹਵਾ ਨਾ ਪਾਣੀ। ਉਹਨਾਂ ਨੂੰ ਹੁਕਮ ਹੋਇਆ ਤੇ ਇਦਾਂ ਕਰਤਾ, ਨਹੀਂ ਹੁਕਮ ਹੋਇਆ ਤੇ ਬੜੀ ਸ਼ਾਂਤ ਚਿੱਤਤਾ ਦੇ ਵਿੱਚ ਆਪਣੇ ਕਾਰਜ ਨੂੰ ਕਰ ਰਹੇ ਨੇ। ਪਰਮਾਤਮਾ ਨੂੰ ਕਦੇ ਚੈਲੰਜ ਨਹੀਂ, ਰੱਬ ਨੂੰ ਨਹੀਂ ਲਾਂਭਾ ਮਾਰਨਾ ਕਿ ਰੱਬ ਜੀ ਤੂੰ ਕਿਹਾ ਸੀ, ਮੈਂ ਤਾਂ ਇੱਦਾਂ ਬੜਾ ਨੁਕਸਾਨ ਹੋ ਗਿਆ, ਮੈਂ ਨਹੀਂ ਕਰਨਾ। ਜਿੱਦਾਂ ਬੰਦਾ ਕਹਿੰਦਾ ਹੈ ਨਾ ਵੀ ਮੈਂ ਨਹੀਂ ਜਾਣਾ, ਮੇਰਾ ਤਾਂ ਲੱਖਾਂ ਦਾ ਨੁਕਸਾਨ ਹੋ ਜਾਣਾ ਹੈ, ਆ ਫਲਾਣਾ ਕਾਰਜ ਕਰ। ਤੇ ਮਾਲਕ ਪਰਮਾਤਮਾ ਰੱਬ ਜੀ ਨੂੰ ਹਵਾ ਨਹੀਂ ਕਹਿੰਦੀ ਵੀ ਲੋਕਾਂ ਦਾ ਨੁਕਸਾਨ ਹੋ ਜਾਣਾ, ਮੇਰਾ ਨੁਕਸਾਨ ਹੋ ਜਾਣਾ। ਪਾਣੀ ਨਹੀਂ ਜੇ ਕਹਿੰਦਾ, ਇਹ ਲੱਖਾਂ ਦੀ ਤਾਦਾਦ ਦੇ ਵਿੱਚ ਦਰਿਆ ਸੰਸਾਰ ਦੇ ਵਿੱਚ ਵਹਿ ਰਹੇ ਨੇ, ਪਰ ਰੱਬੀ ਹੁਕਮ ਦੇ ਵਿੱਚ ਨੇ। ਭੈ ਵਿੱਚ ਅਗਨ ਕੱਢੈ ਵੇਗਾਰ, ਅੱਗ ਜਿਹੜੀ ਹੈ ਉਹ ਵੀ ਭੈ ਦੇ ਵਿੱਚ ਕਾਰਜ ਕਰ ਰਹੀ ਹੈ, ਉਹ ਵੀ ਭੈ ਤੋਂ ਬਾਹਰ ਨਹੀਂ, ਉਹ ਵੀ ਰੱਬੀ ਹੁਕਮ ਦੇ ਵਿੱਚ ਹੈ। ਤੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ, ਜਿਹੜਾ ਭੈ ਦੇ ਵਿੱਚ ਹੈ ਉਹਦੇ ਵਿੱਚ ਸੁੱਖ ਹੈ, ਜਦੋਂ ਭੈ ਤੋਂ ਬਾਹਰ ਗਿਆ ਉਹ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਾਡਾ ਸਰੀਰ ਹੈ, ਇਹਦੇ ਵਿੱਚ ਅਸੀਂ ਕੁਝ ਇਹੋ ਜਿਹੇ ਪਦਾਰਥ ਖਾ ਲੈਂਦੇ ਹਾਂ, ਕੁਝ ਇਹੋ ਜਿਹੀ ਅੰਦਰ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਤਕਲੀਫ ਹੁੰਦੀ ਹੈ, ਤੇ ਸਰੀਰ ਦੀ ਜਿਹੜੀ ਅਗਨ ਹੈ ਉਹ ਵੱਧ ਜਾਂਦੀ ਹੈ, ਜਿਹਦੇ ਕਰਕੇ ਤਾਪ ਚੜ੍ਹਦਾ ਹੈ, ਬੁਖਾਰ ਚੜ੍ਹਦਾ ਹੈ, ਹੋਰ ਕਈ ਤਰ੍ਹਾਂ ਦੇ BP, ਇਹ ਚੀਜ਼ਾਂ ਸਰੀਰ ਨੂੰ ਜਕੜ ਲੈਂਦੀਆਂ ਨੇ। ਕੀਤਾ ਅਸੀਂ ਹੈ, ਅੱਗ ਨੇ ਤਾਂ ਕੁਝ ਨਹੀਂ ਕੀਤਾ, ਉਹਦੀ ਤਸੀਰ ਹੈ, ਉਹਨੇ ਉੱਦਾਂ ਕੰਮ ਕਰਨਾ ਹੈ। ਜਿੰਨਾ ਤੁਹਾਨੂੰ ਸੇਕ ਚਾਹੀਦਾ ਹੈ, ਜੇ ਪ੍ਰਸਾਦਾ ਪਾਣੀ ਬਣਾਉਣਾ ਹੈ, ਉਹਨੂੰ ਜਿੰਨੇ ਕੁ ਵਧਾਓਗੇ ਆਪਣੇ ਲੋੜ ਅਨੁਸਾਰ ਉਹਨੇ ਵਧੀ ਜਾਣਾ। ਇਸੇ ਤਰ੍ਹਾਂ ਉਹ ਸਾਡੇ ਸਰੀਰ ਦੇ ਵਿੱਚ ਹੈ, ਅੱਗ ਕੰਮ ਕਰ ਰਹੀ ਹੈ। 5 ਭੂਤਕ ਸਾਡਾ ਸਰੀਰ ਹੈ, ਇਹਦੇ ਵਿੱਚ ਅੱਗ ਆਪਣਾ ਕੰਮ ਕਰ ਰਹੀ ਹੈ। ਜਦੋਂ ਅਸੀਂ ਕੁਝ ਇਹੋ ਜਿਹਾ ਖਾ ਲੈਂਦੇ ਹਾਂ, ਛਕ ਲੈਂਦੇ ਹਾਂ ਕਿ ਸਰੀਰ ਦੇ ਵਿੱਚ ਉਹਦੀ ਮਾਤਰਾ ਵੱਧ ਜਾਂਦੀ ਹੈ ਤੇ ਸਾਡੇ ਸਰੀਰ ਨੂੰ ਤਕਲੀਫ ਹੁੰਦੀ ਹੈ। ਹੁਣ ਅਸੀਂ ਕਹੀਏ ਕਿ ਪ੍ਰਮਾਤਮਾ ਰੱਬ ਜੀ ਇਹ ਤਾਂ ਅੱਗ ਨੇ ਕੀਤਾ ਹੈ ਜੀ, ਅੱਗ ਵੱਧ ਗਈ, ਕੀਤਾ ਬੰਦੇ ਨੇ ਹੈ। ਉਹ ਅੱਗ ਰੱਬੀ ਭੈ ਦੇ ਵਿੱਚ ਸਰੀਰ ਦੇ ਵਿੱਚ ਆਪਣਾ ਕੰਮ ਕਰ ਰਹੀ ਹੈ। ਜਿੰਨਾ ਸੇਕ ਸਰੀਰ ਨੂੰ ਚਾਹੀਦਾ ਹੈ, ਉਨੀ ਕੁ ਰੱਬੀ ਰਜਾ ਦੇ ਵਿੱਚ ਸਰੀਰ ਨੂੰ ਸੇਕ ਦਿੰਦੀ ਹੈ ਵੀ ਸਰੀਰ ਠੰਡਾ ਨਾ ਹੋਵੇ। ਇਹਦਾ ਜਿਹੜਾ ਅੰਦਰ ਦਾ ਖੂਨ ਹੈ ਸਰੀਰ ਦਾ, ਉਹ ਜੰਮੇ ਨਾ। ਜੇ ਜੰਮ ਗਿਆ ਤੇ ਬਿਮਾਰ ਬੰਦਾ, ਖੂਨ ਜੰਮਦਾ ਹੈ ਤੇ ਅਟੈਕ ਆਉਂਦਾ ਨਾ ਬੰਦੇ ਨੂੰ, ਜਦੋਂ ਦੌਰਾ ਨਹੀਂ ਹੁੰਦਾ ਖੂਨ ਦਾ, ਕਈ ਵਾਰੀ ਤਾਂ ਬੋਲ ਵੀ ਨਹੀਂ ਪਾਉਂਦੇ, ਇੱਦਾਂ ਹੁੰਦਾ ਹੈ ਬਸ ਖੂਨ ਰੁਕ ਗਿਆ, ਦਿਲ ਦੀ ਧੜਕਣ ਰੁਕ ਗਈ, ਬੰਦਾ ਉੱਥੇ ਬਸ। ਬਾਲਕ ਜੀ ਜ਼ਿਕਰ ਕਰ ਕਹਿੰਦੇ ਤਾਪ ਅਗਨ ਅੰਦਰ ਦਿੰਦੀ ਹੈ, ਉਹਦੇ ਰਾਹੀਂ ਸਰੀਰ ਚੱਲ ਰਿਹਾ ਹੈ। ਪਰ ਜਦ ਕਿਤੇ ਉਹ ਵੱਧ ਜਾਂਦਾ ਹੈ ਤਾਂ ਸਰੀਰ ਨੂੰ ਤਕਲੀਫ ਹੁੰਦੀ ਹੈ। ਸਰੀਰ ਨੂੰ ਤਕਲੀਫ ਹੋਈ, ਅਸੀਂ ਕੁਝ ਇੱਦਾਂ ਦਾ ਖਾ ਪੀ ਲਿਆ ਕਿ ਉਹ ਵਧਿਆ, ਬੰਦਾ ਕਵੇ ਅਗਨ ਨਹੀਂ, ਇਹਦੇ ਵਿੱਚ ਅਗਨ ਦੀ ਕੋਈ ਕਮੀ ਨਹੀਂ ਹੈ।
ਉਹਦੀ ਘਾਟ ਵੀ ਨਹੀਂ ਹੈ। ਇਹਦੇ ਵਿੱਚ ਸਾਡੀ ਆਪਣੀ ਗਲਤੀ ਹੈ। ਪ੍ਰਮਾਤਮਾ ਰੱਬੀ ਭਾਣੇ ਦੇ ਵਿੱਚ ਉਹ ਕਾਰਜ ਕਰ ਰਹੀ ਹੈ ਜਿੰਨੀ ਕੁ ਚਾਹੀਦੀ ਹੈ। ਜੇ ਉਸ ਢੰਗ ਦੇ ਨਾਲ ਵਰਤੀਏ ਤਾਂ ਠੀਕ ਹੈ, ਜਦੋਂ ਅਸੀਂ ਉਸ ਢੰਗ ਦੇ ਨਾਲ ਨਹੀਂ ਵਰਤਦੇ ਤਾਂ ਉਹਦੇ ਕਾਰਨ ਸਾਡੇ ਸਰੀਰ ਨੂੰ ਤਕਲੀਫ ਹੁੰਦੀ ਹੈ, ਕਿਉਂਕਿ ਅਸੀਂ ਉਹਨੂੰ ਵਧਾ ਦਿੱਤਾ ਹੈ। ਪਰ ਉਹ ਪ੍ਰਮਾਤਮਾ ਦੇ ਭੈ ਦੇ ਵਿੱਚ ਹੀ ਕਾਰਜ ਕਰ ਰਹੀ ਹੈ। ਜਿਵੇਂ ਪ੍ਰਮਾਤਮਾ ਨੇ ਹੁਕਮ ਲਾਇਆ ਉੱਦਾਂ ਹੀ ਚੱਲ ਰਹੀ ਹੈ। ਭੈ ਵਿੱਚ ਅਗਨ ਕੱਢੈ ਵੇਗਾਰ, ਮਾਲਕ ਜੀ ਨਾਲ ਨਾਲ ਜ਼ਿਕਰ ਕਰਦੇ ਨੇ। ਭੈ ਵਿੱਚ ਧਰਤੀ ਦੱਬੀ ਭਾਰ, ਇਹ ਸੰਸਾਰ ਦੀ ਜਿਹੜੀ ਬਣਤਰ ਬਣੀ ਹੋਈ ਹੈ ਨਾ ਖੰਡਾਂ ਦੇ ਵਿੱਚ, ਇਹਦੇ ਵਿੱਚ ਧਰਤੀ ਤੇ ਅੱਤ ਦਾ ਭਾਰ ਹੈ। ਇਸ ਸਾਰੇ ਭਾਰ ਨੂੰ ਇਹ ਧਰਤੀ ਝੱਲਦੀ ਹੈ ਰੱਬੀ ਹੁਕਮ ਦੇ ਵਿੱਚ ਤੇ ਮਿੱਠੇ ਭੈ ਦੇ ਵਿੱਚ। ਕਦੇ ਰੱਬ ਨੂੰ ਕਈ ਤਰ੍ਹਾਂ ਦੇ ਲਾਂਭੇ ਨਹੀਂ ਮਾਰਦੀ। ਹਾਂ, ਜਦੋਂ ਇਹ ਤੇ ਕੋਈ ਅੱਤ ਦੀ ਤਸੱਦਦ ਵਾਲੀ ਗੱਲ ਹੋਵੇ ਤੇ ਪੁਕਾਰ ਕਰਦੀ ਹੈ ਕਿ ਪ੍ਰਮਾਤਮਾ ਰੱਬ ਜੀ ਇਹ ਕਾਰਨ ਵੱਧ ਗਿਆ ਤੇ ਥੋੜਾ ਜਿਹਾ ਇਹਨੂੰ ਕਿਰਪਾ ਕਰਕੇ ਘਟਾਓ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਲਈ ਪੁਕਾਰ ਕੀਤੀ ਸੀ, ਉਹ ਧਰਤੀ ਤੇ ਆਏ। ਭਾਈ ਗੁਰਦਾਸ ਜੀ ਲਿਖਦੇ ਨੇ ਤੇ ਇਹ 3 ਪੰਕਤੀਆਂ ਅੱਜ ਮਾਲਕ ਜੀ ਨੇ ਜੋ ਜ਼ਿਕਰ ਕੀਤਾ। ਭੈ ਵਿੱਚ ਪਵਨ ਆਪਣਾ ਕੰਮ ਕਰਦੀ ਹੈ, ਹਵਾ। ਭੈ ਵਿੱਚ ਪਾਣੀ ਆਪਣਾ ਕੰਮ ਕਰਦਾ ਹੈ। ਭੈ ਵਿੱਚ ਉਹਦੀ ਰਜਾ ਦੇ ਵਿੱਚ ਅੱਗ ਆਪਣਾ ਕੰਮ ਕਰ ਰਹੀ ਹੈ, ਕਦੇ ਮਰਿਆਦਾ ਤੋਂ ਬਾਹਰ ਨਹੀਂ। ਪਰ ਜਦ ਅਸੀਂ ਉਹਦੀ ਵਰਤੋਂ ਕਰਦੇ ਹਾਂ, ਅਸੀਂ ਉਹਦੇ ਵੀ ਦੁਰਵਰਤੋਂ ਕਰ ਲੈਂਦੇ ਹਾਂ ਤੇ ਉਹ ਸਾਡੇ ਦੁੱਖ ਦਾ ਕਾਰਨ ਬਣ ਜਾਂਦੀ ਹੈ। ਇਸ ਕਰਕੇ ਅਸੀਂ ਸਿੱਖੀਏ ਕੁਦਰਤ ਦੀ ਇਹ ਬਣਤਰ ਤੋਂ ਕਿ ਜਦ ਅਸੀਂ ਦੁਰਵਰਤੋਂ ਕਰਦੇ ਹਾਂ ਉਹ ਸਾਨੂੰ ਦੁੱਖ ਦਿੰਦੀ ਹੈ। ਜਦੋਂ ਅਸੀਂ ਦੁਰਵਰਤੋਂ ਕਰਦੇ ਹੋਵਾਂਗੇ ਸਰੀਰ ਲੈ ਕੇ ਜੋ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ, ਉਹਦੇ ਕਾਰਨ ਕਿੰਨਾ ਕੁ ਦੁੱਖ ਝੱਲਣਾ ਪਏਗਾ। ਇੰਨੀ ਕੁ ਬੇਨਤੀ ਪ੍ਰਵਾਨ ਕਰ ਲੈਣੀ। ਕੱਲ ਤੋਂ ਜਿਹੜੀ ਪੰਕਤੀ ਹੈ ਭੈ ਵਿੱਚ ਧਰਤੀ ਦੱਬੀ ਭਾਰ, ਇਹ ਪੰਕਤੀ ਤੇ ਅਗਲੀਆਂ 1-2 ਪੰਕਤੀਆਂ ਨੂੰ ਸਮਝਣ ਦਾ ਯਤਨ ਕਰਾਂਗੇ। ਸਾਰਿਆਂ ਦਾ ਧੰਨਵਾਦ, ਬੇਅੰਤ ਭੁੱਲਾਂ ਦੀ ਖਿਮਾ। ਸਾਰੇ ਹੀ ਜੀ ਬਖਸ਼ੋ ਅਸੀਸ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।